तक असीं आ सुणदे आ कि पुराने सिंह जिहड़े है ना उन्हां ने कौम लई इन्ना कीता, उन्हां ने अपनी कौम इकट्ठी कीती। मेरी अपनी लाइफ दे विच दीप वीर कल्ला सीगा, मैनूं तां कोई नहीं लभ्या इन्हां दा। भावें ਇੱਥੇ जिन्ना मर्जी कही जाण कि हम भी जिन्ने मर्जी पढ़े लिखे होण है ना ते गलबात करदे भी सानूं इन्ने साल दा एक्सपीरियंस आ, इन्ने साल दा एक्सपीरियंस आ, पर उन्हां 'च ਉਹ ਗੱਲ नहीं हैगी ਜਿਹੜੀ ਉਹ सिर्फ 2 ਸਾਲਾਂ 'ਚ कर गया। ਤੁਹਾਡੇ ਉੱਪਰ ਕਿੰਨਾ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ? ਪੁਲਿਸ ਕੁੱਟਦੀ ਸਿਰਫ 2 ਬੰਦਿਆਂ ਨੂੰ ਆ। ਇੱਕ ਜਿਹੜਾ ਮਾੜਾ ਹੋਵੇ ਉਹਨੂੰ ਤਾਂ ਕੁੱਟਦੀ ਆ ਵੀ ਉਹ ਸਾਰੇ ਹਰੇਕ ਗੱਲ ਉਹਦੇ ਮੂੰਹ ਕਢਾ ਲਈ ਜਾਵੇ, ਜਾਂ ਕਿ ਤਗੜੇ ਨੂੰ ਕੁੱਟਦੀ ਆ ਵੀ ਵੇਖਿਆ ਜਾਵੇ ਕਿ ਇਹਦੇ 'ਚ क्षमता ਹੈ ਕਿੰਨੀ ਕੁ। ਉਸ ਤੋਂ ਬਾਅਦ ਵੀ ਪੁਲਿਸ ਕੋਈ ਪੁੱਛ ਪੜਤਾਲ ਕਰਦੀ ਹੈ ਜਾਂ ਕੋਈ CID ਵਾਲਾ ਮਹਿਕਮਾ ਕੋਈ ਆਉਂਦਾ ਕਿਸੇ ਨਜ਼ਰ ਨਾਲ? 26 ਜਨਵਰੀ ਜਾਂ ਅਗਸਤ 15 ਅਗਸਤ ਦੇ ਦਿਨ ਆ ਜਾਂਦੇ ਆ ਪਤਾ ਕਰਨ ਵਾਸਤੇ ਵੀ ਜਾਣਕਾਰੀ ਲੈਣ ਵਾਸਤੇ। ਖਾਲਿਸਤਾਨ ਦੇ ਹੱਕ 'ਚ ਆ, ਮਤਲਬ ਜਿਹੜਾ ਵੀ ਬੰਦਾ ਦਿਲੋਂ ਖਾਲਿਸਤਾਨ ਦੀ ਗੱਲ ਕਰਦਾ ਤੇ ਸਿਰਫ ਖਾਲਿਸਤਾਨ ਦੀ ਗੱਲ ਕਰਦਾ, ਦਿਮਾਗੋਂ ਨਹੀਂ ਦਿਲੋਂ, ਜਿਹੜਾ ਵੀ ਬੰਦਾ ਹੋਵੇ ਉਹਨਾਂ ਹਰੇਕ ਨਾਲ ਲਿੰਕ ਆਪਣਾ। ਸੋਸ਼ਲ ਮੀਡੀਆ ਤੇ ਕੁਝ ਅਜਿਹੇ ਵੀ ਲੋਕ ਹੁੰਦੇ ਆ ਜਿਹੜੇ 5 ਮਿੰਟਾਂ ਬਾਅਦ ਆਪਣੀ ਸਟੇਟਮੈਂਟ ਬਦਲ ਲੈਂਦੇ ਆ, ਜਿਹੜੇ ਸਿਰਫ ਬੋਲਦੇ ਨੇ ਤੇ ਉਹਨਾਂ ਨੇ ਕੀਤਾ ਕੁਛ ਨਹੀਂ। ਉਹਨਾਂ ਦਾ ਬਚਣ ਦੀ ਲੋੜ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਪੰਜਾਬ ਦੇ ਲੋਕ ਸੰਘਰਸ਼ਾਂ ਕਰਕੇ ਜਾਣੇ ਜਾਂਦੇ ਨੇ ਔਰ ਸੰਘਰਸ਼ਾਂ ਦੇ ਵਿੱਚ ਇਹਨਾਂ ਦੀ ਨਵੇਕਲੀ ਭੂਮਿਕਾ ਰਹੀ ਹੈ। ਹਾਲ ਦੇ ਵਿੱਚ 2020 ਦੇ ਵਿੱਚ ਕਿਸਾਨੀ ਅੰਦੋਲਨ ਹੋਇਆ ਤੇ ਉਸ ਸਮੇਂ ਦੇ ਦਰਮਿਆਨ ਵੀ ਬਹੁਤ ਸਾਰੇ ਅਜਿਹੇ ਨੌਜਵਾਨ ਸੀ ਜਿਨ੍ਹਾਂ ਨੇ ਸਭ ਤੋਂ ਮੋਹਰੇ ਹੋ ਕੇ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਈ। ਜਿੱਥੇ ਨਵਦੀਪ ਵਾਟਰ ਕੈਨਨ ਦਾ ਜ਼ਿਕਰ ਛਿੜਦਾ ਹੈ, ਬਹੁਤ ਸਾਰੇ ਹੋਰ ਨੌਜਵਾਨਾਂ ਦਾ ਜ਼ਿਕਰ ਛਿੜਦਾ ਹੈ ਤੇ ਅਜਿਹੇ ਦੇ ਵਿੱਚ ਸਿੱਖ ਨੌਜਵਾਨ ਭਾਈ ਜਗਮੀਤ ਸਿੰਘ ਵੀ ਸਾਡੇ ਨਾਲ ਨੇ। ਜਗਮੀਤ ਸਿੰਘ ਉਹ ਨੌਜਵਾਨ ਨੇ ਜਿਨ੍ਹਾਂ ਨੇ ਕਿਸਾਨਾਂ ਦੇ ਮੋਹਰੇ ਹੋ ਕੇ ਵਾਟਰ ਕੈਨਨ ਨੂੰ ਆਪਣੀ ਛਾਤੀ ਦੇ ਵਿੱਚ ਸੜਕ ਦੇ ਉੱਪਰ ਖਾਦਾਂ ਮੀਡੀਆ ਦੀਆਂ ਸੁਰਖੀਆਂ ਦੇ ਰਾਹੀਂ ਵੀ ਤੁਸੀਂ ਦੇਖਿਆ ਹੋਵੇਗਾ ਔਰ ਮੀਡੀਆ ਦੀ ਅੱਖ ਤੋਂ, ਕੈਮਰੇ ਦੀ ਅੱਖ ਤੋਂ ਲਾਂਭੇ ਰਹੇ ਨੇ ਜਗਮੀਤ ਸਿੰਘ। ਪਰ ਅੱਜ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਹੈ, ਕੁਝ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਆ ਔਰ ਇਸੇ ਦੇ ਬਾਬਤ ਇਹਨਾਂ ਨੂੰ ਜਿਹੜਾ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਆ ਔਰ ਦੀਪ ਸਿੱਧੂ ਦੇ ਨਾਲ ਵੀ ਇਹਨਾਂ ਨੂੰ ਰਹਿਣ ਦਾ ਸਬੱਬ ਪ੍ਰਾਪਤ ਹੋਇਆ। ਗੱਲਬਾਤ ਕਰਦੇ ਬਾਈ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਨੂੰ ਤੇ ਆਪ TV 84 ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜਗਮੀਤ ਸਿੰਘ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਬਹੁਤ ਸਾਰੇ ਹੋਰ ਸੰਘਰਸ਼ੀ ਲੋਕਾਂ ਦੀ ਵੱਡੀ ਭੂਮਿਕਾ ਦੇਖੀ ਜਾ ਸਕਦੀ ਹੈ ਤੇ ਉੱਥੇ ਤੁਸੀਂ ਵੀ ਸਭ ਤੋਂ ਮੋਹਰੇ ਹੋ ਕੇ ਵਾਟਰ ਕੈਨਨ ਨੂੰ ਆਪਣੀ ਛਾਤੀ ਦੇ ਵਿੱਚ ਖਾਧਾ। ਕੀ ਸੋਚ ਕੇ ਗਏ ਸੀ ਵਾਟਰ ਕੈਨਨ ਦੇ ਸਾਹਮਣੇ ਉਸ ਵੇਲੇ? ਮੇਰਾ ਤਾਂ ਜੀ ਉੱਥੇ ਸੰਘਰਸ਼ ਵਿੱਚ ਜਿੱਦਾਂ ਕਿ ਮੇਰਾ ਪਹਿਲਾ ਸੰਘਰਸ਼ ਸੀਗਾ, ਮੈਂ ਅੱਗੇ ਹੋਇਆ ਤੇ ਮੇਰਾ ਸੀਗਾ ਕਿ ਜਿਹੜੇ ਜ਼ਿਆਦਾ ਕਿਸਾਨ ਸੀਗੇ ਬਜ਼ੁਰਗ ਤੇ ਬਜ਼ੁਰਗਾਂ ਦੀ ਸਿਕਿਉਰਿਟੀ ਵਾਸਤੇ ਗਿਆ ਸੀ ਉੱਥੇ ਵੀ ਉਹਨਾਂ ਨੂੰ ਕੁਛ ਨਾ ਹੋਵੇ। ਇਹ ਪਹਿਲਾ ਮਨ ਬਣਾਇਆ ਹੋਇਆ ਸੀ ਜਾਂ ਤੁਸੀਂ ਉਸੇ ਵੇਲੇ ਜਿਹੜਾ ਹੋਇਆ ਐਕਸ਼ਨ ਕੀਤਾ ਉਦੋਂ? ਨਹੀਂ ਜੀ, ਮਨ ਇਦਾਂ ਦਾ ਪਹਿਲਾਂ ਕੋਈ ਨਹੀਂ ਸੀਗਾ। ਬਸ ਇਦਾਂ ਸੀਗਾ ਕਿ ਜਿੱਦਾਂ ਪਹਿਲਾਂ ਅਸੀਂ ਆਪਣੇ ਸ਼ੰਭੂ ਬਾਰਡਰ ਆ ਜਿਹੜਾ ਇੱਥੋਂ ਸਿਰਫ 15 ਕਿਲੋਮੀਟਰ ਆ, ਉੱਥੇ ਦੀਪ ਸਿੱਧੂ ਹੁੰਦੇ ਸੀ ਵੀਰ, ਉਹਨਾਂ ਨਾਲ ਉੱਥੇ ਮਿਲੇ ਆ। ਠੀਕ ਹੈ ਜੀ, ਹੈਗਾ ਸਿਰਫ 15 ਕਿਲੋਮੀਟਰ ਆ, ਮੈਂ ਅਪ ਡਾਊਨ ਕਰ ਸਕਦਾ ਸੀਗਾ ਪਰ ਨਹੀਂ, ਉੱਥੇ ਰਹਿੰਦੇ ਰਹੇ, ਉੱਥੇ ਰਹਿੰਦਾ ਰਿਹਾ ਮੈਂ। 2 ਦਿਨ 3 ਦਿਨ ਬਾਅਦ ਘਰੇ ਆਣਾ, ਘਰੇ ਆ ਕੇ ਕੱਪੜੇ ਛੱਡ ਜਾਣਾ ਤੇ ਸ਼ਾਮ ਤੱਕ ਫਿਰ ਵਾਪਸ ਚਲ ਜਾਣਾ, ਇਦਾਂ ਹੁੰਦਾ ਸੀਗਾ। ਤੇ ਅਸੀਂ ਉੱਥੇ ਬਹਿ ਕੇ ਮੈਂ ਸਾਰਾ ਕੁਝ ਦੇਖਿਆ ਵੀ ਉੱਥੇ ਮਾਹੌਲ ਕਿੱਦਾਂ ਦਾ, ਸੜਕਾਂ ਦੇਖਦੇ ਰਹੇ ਆ ਵੀ ਕੀ ਹੁੰਦਾ ਰਿਹਾ। ਉੱਥੇ ਇੱਥੋਂ ਤੱਕ ਦੇਖਿਆ ਕਿ ਫੌਜ, ਸਰਦਾਰਾਂ ਦੀ ਫੌਜ ਜਿਹੜੀ ਪੰਜਾਬੋਂ ਬਾਹਰ ਜਾਂਦੀ ਸੀ, ਦੂਜੇ ਭਈਆਂ ਦੀ ਪੰਜਾਬ ਨੂੰ ਆਉਂਦੀ ਸੀ। ਠੀਕ ਹੈ ਜੀ, ਇੱਥੋਂ ਅੰਦਾਜ਼ਾ ਲਗਾ ਸਕਦੇ ਵੀ ਉਦੋਂ ਮਾਹੌਲ ਬਣ ਕੀ ਸਕਦਾ ਸੀਗਾ ਜੇ ਕੋਈ ਵੀ ਗੜਬੜੀ ਹੋ ਜਾਵੇ। ਫਿਰ ਜੇ ਅਸੀਂ ਗੱਲ ਕਰਦੇ ਆ ਅੱਗੇ ਜਾਣ ਦੀ, ਨਵੰਬਰ ਦੀ 26 ਨਵੰਬਰ ਦੀ, ਉਦੋਂ ਸਵੇਰੇ ਦੇਖ ਲਿਆ ਸੀਗਾ ਉੱਥੇ ਵੀ ਕਿੰਨੀ ਬੈਰੀਕੇਡਿੰਗ ਕੀਤੀ ਗਈ ਤੇ ਉਦੋਂ ਹੀ ਵਾਟਰ ਕੈਨਨ ਉੱਥੇ ਯੂਜ਼ ਕੀਤਾ ਗਿਆ, ਸ਼ੰਭੂ ਬਾਰਡਰ ਤੇ ਆਪਣਾ ਉੱਥੇ ਵੀ ਆਂਸੂ ਗੈਸ ਦੇ ਗੋਲੇ ਉਹਨਾਂ ਨੇ ਯੂਜ਼ ਕੀਤੇ ਸਰਕਾਰ ਨੇ। ਦੀਪ ਵੀ ਮੌਜੂਦ ਸੀਗਾ ਉੱਥੇ। ਉਹ ਜੀ ਚੱਕਰ ਐਵੇਂ ਪਿਆ ਕਿ ਮੈਂ ਨਾ ਸਵੇਰੇ ਹੀ ਘਰੇ ਵਾਪਸ ਆਇਆ ਤੇ ਮੇਰੇ ਜਦੋਂ ਮੈਂ ਘਰੇ ਆਇਆ ਉਦੋਂ ਉੱਥੇ ਸ਼ੁਰੂ ਹੋ ਗਿਆ, ਜਦੋਂ ਜਾਣਾ ਸੀ ਦਿੱਲੀ। ਹਾਂਜੀ, ਸ਼ੰਭੂ ਬਾਰਡਰ ਉਦੋਂ ਸ਼ੁਰੂ ਹੋ ਗਿਆ। ਮਤਲਬ ਕਿ ਜਦੋਂ ਮੈਂ ਵਾਪਸ ਪਹੁੰਚਿਆ ਉਦੋਂ ਤੱਕ ਬਾਰਡਰ ਉਹ ਟੁੱਟ ਚੁੱਕਿਆ ਸੀਗਾ।
ਦੀਪ ਸਿੱਧੂ ਨੂੰ ਕੀ ਸੋਚ ਕੇ ਮਿਲਦੇ ਸੀ, ਕਿਉਂਕਿ ਦੀਪ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਇੱਕ ਵੱਡਾ ਨਾਮ ਸੀਗਾ, ਉਹ ਬਾਲੀਵੁੱਡ ਦੀ ਗੱਲ ਹੋਵੇ ਜਾਂ ਇੱਕ ਫਿਲਮੀ ਅਦਾਕਾਰ ਦੀ ਗੱਲ ਹੋਵੇ ਤਾਂ ਬਹੁਤ ਵੱਡਾ ਨਾਮ ਸੀਗਾ। ਦੀਪ ਸਿੱਧੂ ਨੂੰ ਤੁਸੀਂ ਕੀ ਸੋਚ ਕੇ ਮਿਲਦੇ ਸੀ ਕਿ ਇੱਕ ਫਿਲਮੀ ਅਦਾਕਾਰ ਇਹਦੇ ਨਾਲ ਫੋਟੋਆਂ ਖਿਚਾਵਾਂਗੇ, ਜਾਂ ਫਿਰ ਇੱਕ ਸੰਘਰਸ਼ੀ ਯੋਧਾ ਮੰਨ ਕੇ ਦੀਪ ਸਿੱਧੂ ਦੇ ਨਾਲ ਜੁੜੇ ਸੀਗੇ? ਉਦੋਂ ਦੀ ਰਿਐਲਿਟੀ ਸੀ 2020 ਦੀ। ਇਦਾਂ ਸੀਗਾ ਕਿ ਜਦੋਂ ਇੱਥੇ ਮੋਰਚਾ ਸ਼ੁਰੂ ਕੀਤਾ ਗਿਆ ਸੀਗਾ ਆਪਣਾ ਅਗਸਤ ਸਤੰਬਰ ਚ, ਜਦੋਂ ਪਹਿਲਾਂ ਉੱਥੇ ਸਟੇਜ ਲਾਈ ਗਈ ਸੀਗੀ, ਉਦੋਂ ਮੈਂ ਸੀਗਾ ਆਪਣੇ ਪਿੰਡ। ਤੇ ਜਦੋਂ ਪਿੰਡ ਤੋਂ ਵਾਪਸ ਆਇਆ ਤੇ ਉਦੋਂ ਮੇਰੇ ਸਾਥੀ ਜਿਹੜੇ ਹੋਰ ਸੀਗੇ ਸੋਸ਼ਲ ਮੀਡੀਆ ਵਾਲੇ ਸੀਗੇ, ਉਹ ਕਹਿੰਦੇ ਉੱਥੇ ਜਾਣਾ ਆ। ਮੈਂ ਚਲੋ ਚੱਲਦੇ ਆ। ਉੱਥੇ ਗਏ ਤੇ ਉੱਥੇ ਮੈਂ ਫੋਟੋਆਂ ਖਿਚਾਉਣ ਦਾ ਮੇਰਾ ਹੈ ਨਹੀਂ, ਕਿਉਂਕਿ ਹੁਣ ਵੀ ਤੁਸੀਂ ਦੇਖ ਸਕਦੇ ਮੇਰੀ ਸਿਰਫ 2 ਫੋਟੋਆਂ ਨੇ ਉੱਥੇ ਦੀਆਂ। ਦੀਪ ਦੇ ਨਾਲ ਸਿਰਫ ਮੇਰੀਆਂ 2 ਫੋਟੋਆਂ ਨੇ। ਇੱਕ ਸ਼ੰਭੂ ਬਾਰਡਰ ਦੀ ਸੀਗੀ, ਉਦੋਂ ਕਿਸੇ ਨੇ ਕਹਿੰਦੇ ਵੀ ਨਾਲ ਆ ਜਾ ਤਾਂ ਖਿੱਚੀ ਗਈ। ਤੇ ਇੱਕ ਫੋਟੋ ਜਿਹੜੀ ਵੀ ਸੋਸ਼ਲ ਮੀਡੀਆ ਤੇ ਚੱਲਦੀ ਆ, ਜਿਹੜੀ ਦਮਾਲਾ ਸਰਾਇਆ ਦੀਪ ਦੀ ਦਸਤਾਰ ਸਜਾਈ ਹੋਈ ਚਿੱਟੀ ਰੰਗ ਦੀ, ਸਿਰਫ ਉਹ ਇੱਕ ਫੋਟੋ ਆ ਮੇਰੀ ਉਹਦੇ ਨਾਲ। ਜਿਵੇਂ ਫੋਟੋਆਂ ਖਿਚਾਉਣੀਆਂ ਹੁੰਦੀਆਂ ਨੇ ਲੋਕਾਂ ਵਾਂਗੂ ਕਰਾ ਸਕਦੇ ਵੀ ਸਵੇਰੇ ਗਏ ਸ਼ਾਮ ਦਾ ਫੋਟੋ ਪਾਤੀ, ਸੋਸ਼ਲ ਮੀਡੀਆ ਤੇ ਪਾਤੀ, ਬੱਲੇ ਬੱਲੇ ਕਰਾਤੀ, ਤੇ ਇਦਾਂ ਉਹ ਮੇਰੇ ਸੋਚ ਉਹ ਨਹੀਂ ਸੀ। ਵਾਟਰ ਕੈਨਨ ਵਾਲੇ ਵਰਤਾਰੇ ਤੋਂ ਬਾਅਦ ਤੁਸੀਂ ਕਿਉਂ ਕੈਮਰੇ ਦੀ ਅੱਖ ਤੋਂ ਲਾਂਭੇ ਰਹੇ? ਉੱਥੇ ਤੇ ਜਿਹੜਾ ਦਿੱਲੀ ਨੂੰ ਟਰਾਲੀ ਤੇ ਚੜ ਕੇ ਵੀ ਗਿਆ, ਉਹਨੇ ਕੈਮਰੇ ਦੇ ਵਿੱਚ ਆਉਣ ਦੇ ਮਾਰੇ ਵੱਧ ਚੜ ਕੇ ਬੜਕਾਂ ਮਾਰੀਆਂ, ਪਰ ਤੁਹਾਡਾ ਅਜਿਹਾ ਕੀ ਕਾਰਨ ਸੀ ਕਿ ਤੁਸੀਂ ਕੈਮਰੇ ਦੀ ਅੱਖ ਤੋਂ ਲਾਂਭੇ ਰਹੇ ਹੋ? ਭਾਜੀ ਕਈ ਕੰਮ ਇਹੋ ਜਿਹੇ ਹੁੰਦੇ ਜਿਹੜੇ ਸਾਹਮਣੇ ਆ ਜਾਈਏ ਤਾਂ ਨਹੀਂ ਹੁੰਦੇ, ਲੋਕੀ ਕਰਨੇ ਪੈਂਦੇ ਆ। ਉਹੀ ਐਗਜ਼ਾਮਪਲ ਉਹੀ ਆ ਵੀ ਮੈਂ ਸਾਹਮਣੇ ਆਉਣਾ ਨਹੀਂ ਸੀਗਾ, ਪਰ ਸਾਹਮਣੇ ਆਇਆ ਕਿਵੇਂ ਆ? ਕੇਸ ਕਰਕੇ, ਖਾਲਿਸਤਾਨ ਤੇ ਕੇਸ ਕਰਕੇ। ਠੀਕ ਹੈ ਜੀ। ਜਿਵੇਂ ਉਹਦੇ ਸਾਹਮਣੇ ਆਂਦਾ ਖਾਲਿਸਤਾਨ ਵਾਲਾ ਜਿਹੜਾ ਕਾਰਨਾਮਾ ਸੀਗਾ, ਉਹ ਮੇਰੇ ਹੱਥੋਂ ਹੋਣਾ ਰਹਿ ਜਾਣਾ ਸੀ। ਤਾਂ ਕਰਕੇ ਸਫਲ ਹੋ ਗਏ ਫਿਰ ਉਸ ਗੱਲ 'ਚ? ਹੋਏ ਪਏ ਆ ਸਫਲ। ਮੈਂ ਤਾਂ ਮਾਣ ਮਹਿਸੂਸ ਕਰਦਾ। ਮੈਂ ਰੈਫਰੈਂਡਮ ਦੇ ਹੈਗੇ ਆ ਹੱਕ 'ਚ, ਤੇ ਖਾਲਿਸਤਾਨ ਦੇ ਹੱਕ 'ਚ ਆ। ਮਤਲਬ ਜਿਹੜਾ ਵੀ ਬੰਦਾ ਦਿਲੋਂ ਖਾਲਿਸਤਾਨ ਦੀ ਗੱਲ ਕਰਦਾ ਤੇ ਸਿਰਫ ਖਾਲਿਸਤਾਨ ਦੀ ਗੱਲ ਕਰਦਾ, ਦਿਮਾਗੋਂ ਨਹੀਂ ਦਿਲੋਂ, ਜਿਹੜਾ ਵੀ ਬੰਦਾ ਹੋਵੇ, ਉਹਨਾਂ ਹਰੇਕ ਨਾਲ ਲਿੰਕ ਆਪਣੇ। ਆ ਨਹੀਂ ਕਹਿ ਸਕਦੇ ਵੀ ਇਕੱਲੇ ਰੈਫਰੈਂਡਮ ਵਾਲੇ ਆ, ਨਹੀਂ। ਜਿਹੜੇ ਵੀ ਦਿਲੋਂ ਗੱਲ ਕਰਦਾ ਨਾ ਖਾਲਿਸਤਾਨ ਦੀ ਤੇ ਇਕੱਲੇ ਖਾਲਿਸਤਾਨ ਦੀ, ਉਹਦੇ ਨਾਲ ਲਿੰਕ ਨੇ। ਸੋਸ਼ਲ ਮੀਡੀਆ ਤੇ ਕੁਝ ਅਜਿਹੇ ਵੀ ਲੋਕ ਹੁੰਦੇ ਆ ਜਿਹੜੇ 5 ਮਿੰਟਾਂ ਬਾਅਦ ਆਪਣੀ ਸਟੇਟਮੈਂਟ ਬਦਲ ਲੈਂਦੇ ਆ। ਤਾਂਹੀਓ ਫਿਰ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਵੱਧ ਬੋਲਦੇ ਆ ਉਹਨਾਂ ਤੋਂ ਬਚਣ ਦੀ ਲੋੜ ਆ। ਵੀ ਉਹਨਾਂ ਤੇ ਯਕੀਨ ਨਹੀਂ ਜਲਦੀ ਕੀਤਾ ਜਾ ਸਕਦਾ, ਜਿਹੜੇ ਜ਼ਿਆਦੀਆਂ ਤਕਰੀਰਾਂ ਕਰਦੇ ਆ ਬਸ। ਜਿਹੜੇ ਸਿਰਫ ਬੋਲਦੇ ਨੇ ਤੇ ਉਹਨਾਂ ਨੇ ਹਲੇ ਕੀਤਾ ਕੁਛ ਨਹੀਂ, ਉਹਨਾਂ ਤੋਂ ਬਚਣ ਦੀ ਲੋੜ ਆ। ਦੀਪ ਸਿੱਧੂ ਨੂੰ ਮਿਲਦੇ ਰਹੇ ਹੋ, ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਉਹ ਅੱਖਾਂ ਸੀ ਜਿਹੜੀਆਂ ਉਹਨਾਂ ਦੀ ਜਾਣ ਤੋਂ ਬਾਅਦ ਵੀ ਰੋਈਆਂ। ਤੁਹਾਡੀ ਨਜ਼ਰ ਦੇ ਵਿੱਚ ਜਿਹੜਾ ਦੀਪ ਸਿੱਧੂ ਸੀ ਉਹ ਕੀ ਸੀਗਾ, ਕੀ ਸੋਚ ਕੇ ਪੰਜਾਬ ਦੇ ਵਿੱਚ ਆਏ ਸੀਗੇ? ਜਿੱਦਾਂ ਤੁਸੀਂ ਗੱਲ ਕੀਤੀ ਜਾਣ ਤੋਂ ਬਾਅਦ ਚ ਅੱਖਾਂ ਰੋਈਆਂ ਹਨਾ, ਉਦੋਂ ਮੈਂ ਪਟਿਆਲੇ ਜੇਲ੍ਹ ਸੀਗਾ ਤੇ ਮੇਰੀ ਆਦਤ ਸੀਗੀ ਕਿ ਜਦੋਂ ਰੋਜ਼ ਸਵੇਰੇ ਜਦੋਂ ਬੰਦੀ ਖੁੱਲਣੀ ਆ, ਗੁਰਦੁਆਰਾ ਸਾਹਿਬ ਜਾਣਾ, ਤੇ ਉੱਥੇ ਪਹਿਲਾਂ ਤੇ ਨਿਤਨੇਮ ਚੱਲਦਾ ਉਹ ਸੁਣਨਾ, ਉਹ ਤੋਂ ਬਾਅਦ ਕੀਰਤਨ ਹੋਣਾ ਉਹ ਸੁਣਨਾ। ਤੇ ਮੇਰੀ ਆਦਤ ਸੀ ਕਿ ਜਿਹੜੇ ਉੱਥੇ ਹੁਕਮਨਾਮਾ ਸਾਹਿਬ ਆਉਂਦਾ ਸੀ ਨਾ, ਤੇ ਉਹਨੂੰ ਚੰਗੀ ਤਰ੍ਹਾਂ ਪੜ੍ਹਨਾ ਤੇ ਉਹਦੇ ਅਕੋਰਡਿੰਗ ਚੱਲਣਾ, ਦਿਨ ਕੱਢਣਾ ਆਪਣਾ। ਤੇ ਉਸ ਦਿਨ ਮਾਫ ਕਰਿਓ ਮੈਨੂੰ ਹੁਣ ਉਹ ਤੁਕਾਂ ਯਾਦ ਨਹੀਂ ਹੈ ਕੀ ਆ, ਤੇ ਕੋਈ ਇਹੋ ਜਿਹਾ ਸ਼ਬਦ ਆਇਆ ਸੀਗਾ ਕਿ ਮਤਲਬ ਵੀ ਦੁੱਖ ਨਹੀਂ ਕਰਨਾ ਹਨਾ, ਏਦਾਂ ਸ਼ਬਦ ਸੀਗਾ। ਜੋਨਦਾਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਹਾਂਜੀ ਇਦਾਂ ਦਾ ਇਹ ਸੀਗਾ, ਮਾਫ ਕਰਿਓ ਪਤਾ ਨਹੀਂ ਹੁਣ ਭੁੱਲ ਗਿਆ। ਤੇ ਉਦੋਂ ਮੈਂ ਸੋਚਣ ਲੱਗੇ ਵੀ ਕੀ ਚੱਕਰ ਹੋ ਸਕਦਾ ਹਨਾ, ਵੀ ਅੱਜ ਵੀ ਕੁਛ ਹੋਇਆ ਹੋਣਾ ਵਾ, ਵੀ ਕੀ ਕਰਾਂ। ਤੇ ਉਹ ਤੋਂ ਬਾਅਦ ਗੁਰਦੁਆਰਾ ਸਾਹਿਬ ਕਰਕੇ ਤੇ ਮੈਂ ਆਪਣੀ ਬੈਰਕ 'ਚ ਵਾਪਸ ਗਿਆ, ਤੇ ਉੱਥੇ ਆਪਣੇ ਰੋਟੀ ਬਣਾਉਂਦੇ ਹਨ ਆਪਾਂ ਬਣਾਉਂਦੇ ਸੀ ਖਾਣ ਵਾਸਤੇ, ਉੱਥੇ ਖਲੋਤਾ ਮੈਂ ਜਾ ਕੇ, ਤੇ ਲੋਕੀ ਗੱਲ ਕਰਨ ਉੱਥੇ ਦੂਜੇ ਜਿਹੜੇ ਹੈਗੇ ਸੀਗੇ ਉਹ ਗੱਲ ਕਰਨ ਕਿ ਦੀਪ ਸਿੱਧੂ ਮਰ ਗਿਆ। ਪਹਿਲਾਂ ਤਾਂ ਮੈਂ ਸੋਚਿਆ ਵੀ ਹੋਰ ਕੋਈ ਹੋਣਾ ਵਾ। ਫਿਰ ਜਦੋਂ ਬੈਰਕ 'ਚ ਗਿਆ ਤੇ ਉਦੋਂ ਉਹਦੇ ਟੀਵੀ ਲੱਗਾ ਸੀਗਾ, ਤੇ ਉੱਥੇ ਨਾ ਨਿਊਜ਼ ਚੱਲਦੀ ਸੀ। ਮੇਰੇ ਹੱਥ ਜੀ ਖਾਣ ਵਾਲੀ ਚੀਜ਼ ਦਲੀਆ ਸੀ ਉਸ ਤਰ੍ਹਾਂ ਬਣਾਇਆ, ਖਾਣ ਨੂੰ ਜੀ ਨਹੀਂ ਕੀਤਾ।
ਦੁੱਖ ਹੋਇਆ। ਤੇ ਮੈਂ ਘਰੇ ਫੋਨ ਕਰਦਾ ਹੁੰਦਾ ਸੀਗਾ ਦੁਪਹਿਰ ਦੇ ਟਾਈਮ, ਜਦੋਂ ਬੰਦੀਆਂ ਆਉਂਦੀ ਸੀ ਨਾ ਉਦੋਂ ਮੈਂ ਉਸ ਤੋਂ ਬਾਅਦ ਫੋਨ ਕਰਦਾ ਸੀ ਘਰੇ। ਪਰ ਉਦੋਂ ਮੈਂ ਦੂਜਿਆਂ ਨੂੰ ਜਿਹੜੇ ਹੈਗੇ ਸੀ ਉੱਥੇ ਉਹਨਾਂ ਨੂੰ ਮੈਂ ਕਹਿੰਦਾ ਰਿਹਾ ਭਾਈ ਗੱਲ ਕਰਨੀ ਹੈ, ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ। ਬਸ ਵੀ ਇਹ ਤਾਂ ਕਹੀਂ ਆ ਸੁਣਦੇ ਆ ਕਿ ਪੁਰਾਣੇ ਸਿੰਘ ਜਿਹੜੇ ਸੀ ਹਨਾ ਵੀ ਉਹਨਾਂ ਨੇ ਕੌਮ ਲਈ ਇੰਨਾ ਕੀਤਾ, ਉਹਨਾਂ ਨੇ ਵੀ ਆਪਣੀ ਕੌਮ ਇਕੱਠੀ ਕੀਤੀ। ਤੇ ਮੇਰੀ ਆਪਣੀ ਲਾਈਫ ਦੇ ਵਿੱਚ ਦੀਪ ਵੀਰ ਇਕੱਲਾ ਸੀਗਾ ਇਹੋ ਜਿਹਾ, ਮੈਨੂੰ ਤਾਂ ਕੋਈ ਨਹੀਂ ਲੱਭਿਆ ਇਹਨਾਂ ਦਾ, ਉਹਦੇ ਵਰਗਾ ਕੋਈ ਨਹੀਂ ਲੱਭਿਆ। ਜਿਹੜੀ ਸੋਚ ਸੀਗੀ ਉਹਨਾਂ ਦੀ, ਜਿਹੜੀ ਸੋਚ ਉਹਦੀ ਸੀ। ਭਾਵੇਂ ਇੱਥੇ ਜਿੰਨਾ ਮਰਜ਼ੀ ਕਹੀ ਜਾਣ ਕਿ ਹਮ ਵੀ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਣ ਹਨਾ, ਤੇ ਗੱਲਬਾਤ ਕਰਦੇ ਵੀ ਸਾਨੂੰ ਇੰਨੇ ਸਾਲ ਦਾ ਐਕਸਪੀਰੀਅੰਸ ਆ, ਇੰਨੇ ਸਾਲ ਦਾ ਐਕਸਪੀਰੀਅੰਸ ਆ, ਪਰ ਉਹਨਾਂ 'ਚ ਉਹ ਗੱਲ ਨਹੀਂ ਹੈਗੀ ਜਿਹੜੀ ਉਹ ਸਿਰਫ 2 ਸਾਲਾਂ 'ਚ ਕਰ ਗਿਆ। ਦੀਪ ਸਿੱਧੂ ਹੁਣ ਸ਼ੰਭੂ ਮੋਰਚੇ ਦੀ ਗੱਲ ਕਰਦੇ ਆ, ਉੱਥੇ ਨਾ ਰੋਜ਼ ਹੀ ਉਹ ਦੀਪ ਵੀਰ ਆਉਂਦਾ ਹੁੰਦਾ ਸੀ, ਸ਼ਾਮ ਦੇ ਟਾਈਮ ਆਉਂਦਾ ਸੀਗਾ ਤੇ ਉੱਥੋਂ ਸਾਰਿਆਂ ਨਾਲ ਗੱਲਬਾਤ ਕਰਕੇ ਤੇ ਰਾਤ ਨੂੰ ਜਾਂਦਾ ਹੁੰਦਾ ਸੀ ਵਾਪਸ, ਜਿੱਥੇ ਵੀ ਘਰੇ ਜਾਣਾ ਜਾਂ ਕਿਤੇ ਹੋਟਲ 'ਚ ਜਾਣਾ ਉਹਨੇ। ਤੇ ਰਾਤ ਨੂੰ ਅਸੀਂ ਬਹਿ ਕੇ ਨਾ ਗੱਲਬਾਤ ਕਰਦੇ ਹੁੰਦੇ ਸੀ ਸਾਰੇ। ਇੱਕ ਦਿਨ ਬੰਦਾ ਆਇਆ ਕੋਈ ਬਾਹਰੋਂ ਆਇਆ ਸੀਗਾ ਤੇ ਉਹ ਗੱਲਬਾਤ ਕਰੀ ਗਿਆ ਤੇ ਅਸੀਂ ਵੀ ਬੈਠੇ ਹਾਸਾ ਮਜ਼ਾਕ ਕਰੀ ਗਏ। ਉਹਨੇ ਐਂਡ ਤੇ ਬੋਲਤਾ, ਕਹਿੰਦਾ ਬਾਅਦ ਲੋਕੀ ਇੰਨੇ ਵਧੀਆ, ਤੁਸੀਂ ਐਵੇਂ ਇੱਕ ਕਿਤਾਬ ਦੇ ਪਿੱਛੇ ਲੜੀ ਜਾਂਦੇ ਹੋ। ਉਹਨੇ ਆਹ ਗੱਲ ਬੋਲੀ, ਠੀਕ ਆ। ਤੇ ਜਿਹੜੇ ਹੋਰ ਮੁੰਡੇ ਨਾਲ ਦੇ ਸੀ ਉਹ ਔਖੇ ਹੋ ਗਏ ਕਿ ਨਹੀਂ ਇਹਨੇ ਇਦਾਂ ਕਿੱਦਾਂ ਬੋਲਤਾ, ਇਹਨੇ ਇਦਾਂ ਕਿੱਦਾਂ ਬੋਲਤਾ। ਪਰ ਉਸ ਟਾਈਮ ਮੈਂ ਸਿਰਫ ਦੀਪ ਵੀਰ ਵੱਲ ਵੇਖੀ ਜਾਂਦਾ ਸੀ ਵੀ ਆਹ ਕੀ ਜਵਾਬ ਦਿੰਦਾ। ਕਿਉਂਕਿ ਮੈਂ ਉਹਨਾਂ ਨੂੰ ਦੂਜਿਆਂ ਨੂੰ ਕਹਿੰਦਾ ਰਿਹਾ ਵੀ ਇੱਥੇ ਬੰਦਾ ਹੈਗਾ ਨਾ ਇੱਕ ਜਵਾਬ ਦੇਣ ਵਾਸਤੇ, ਤੁਸੀਂ ਕਾਹਤੋਂ ਔਖੇ ਹੋ ਜਾਂਦੇ ਆ, ਬੰਦਾ ਹੈਗਾ ਇੱਕ ਜਵਾਬ ਦੇਣ ਵਾਸਤੇ। ਉਹ ਪਹਿਲਾਂ ਤੇ ਉਹਦੇ ਵੱਲ ਦੀਪ ਵੀਰ ਦਾ ਪਹਿਲਾਂ ਉਹਦੇ ਵੱਲ ਵੇਖੀ ਗਿਆ, ਠੀਕ ਆ, ਹੱਸ ਪਿਆ, ਫਿਰ ਜਵਾਬ ਦੇਣ ਲੱਗਾ। ਪਰ ਹੁਣ ਉੱਥੇ ਗੱਲ ਆ ਕਿ ਜੇ ਮੈਂ ਦੂਜੇ ਮੁੰਡੇ ਨੂੰ ਦੂਰ ਲੈ ਗਿਆ ਕਿਉਂਕਿ ਰੌਲਾ ਵੱਧ ਪਾਉਂਦੇ ਸੀ, ਮੈਂ ਚਲੋ ਪਾਸੇ ਹੋ ਉਹ ਗੱਲ ਕਰ ਲੈਣ ਦੋ। ਤੇ ਪਤਾ ਨਹੀਂ ਕੀ ਹੋਇਆ ਜਦੋਂ ਉਹ ਅੱਗੇ ਹੋ ਕੇ ਵਾਪਸ ਆਇਆ ਨਾ, ਮੈਂ ਕੀ ਹੋਇਆ ਚਲ ਗਿਆ ਉਹ ਕਿਤੇ, ਬਸ ਹੋ ਗਿਆ ਕੰਮ ਉਹਦਾ। ਮਤਲਬ ਕਿ ਕੀ ਗੱਲ ਕੀਤੀ ਹੋ ਸਕਦੀ ਆ ਵੀ ਉਹ ਘਵਾਸੇ ਕਹਿੰਦਾ ਬਸ ਹੋ ਗਿਆ ਕੰਮ ਉਹਦਾ। ਤੇ ਮਤਲਬ ਜਵਾਬ ਹੀ ਇਦਾਂ ਦੇ ਜਵਾਬ ਇਦਾਂ ਦੇ ਸੀ। ਮਤਲਬ ਉਹਨੇ ਪਤਾ ਨਹੀਂ ਲੱਗਾ ਤੁਹਾਨੂੰ ਕਿ ਜਵਾਬ ਕੀ ਦਿੱਤਾ ਦੀਪ ਨੇ? ਨਹੀਂ, ਕਿਉਂਕਿ ਮੈਂ ਦੂਜੇ ਮੁੰਡਿਆਂ ਜਿਹੜੇ ਔਖੇ ਹੁੰਦੇ ਪਏ ਸੀਗੇ, ਗੁੱਸੇ ਦੇ ਸੀਗੇ, ਉਹਨਾਂ ਨੂੰ ਮੈਂ ਥੋੜਾ ਸਾਈਡ ਤੇ ਲੈ ਗਿਆ, ਬਹਿ ਕੇ ਵੀ ਉਹਨਾਂ ਨੂੰ ਗੱਲ ਕਰ ਲੈਣ ਦੋ। ਫਿਰ ਕਈ ਵਾਰੀ ਰੁਚੀ ਵੀ ਹੁੰਦੀ ਜਾਣਨ ਦੀ ਕਿ ਕੀ ਕਿਹਾ ਹੋਏਗਾ ਦੀਪ ਨੇ ਇਸ ਬਾਰੇ, ਕੋਈ ਕਦੇ ਤੁਸੀਂ ਇਹਦੇ ਬਾਰੇ? ਕਿਉਂਕਿ ਜਿੱਦਾਂ ਹੁਣ ਮੇਰਾ ਨਾ ਦੀਪ ਵੀਰ ਨਾਲ ਮੈਂ ਕਦੀ ਫੋਨ ਤੇ ਗੱਲ ਨਹੀਂ ਕੀਤੀ, ਨਾਲ ਰਹਿੰਦੇ ਰਹੇ ਆ, ਇੱਥੋਂ ਤੱਕ ਕਿ ਉਹਨੂੰ ਮੇਰਾ ਨਾਮ ਤੱਕ ਯਾਦ ਨਹੀਂ। ਮੈਨੂੰ ਖਾਲਸਾ ਜੀ ਕਹਿੰਦੇ, ਮੈਨੂੰ ਉਹਦਾ ਨਾਮ ਤੱਕ ਯਾਦ ਨਹੀਂ। ਠੀਕ ਹੈ ਜੀ। ਤੇ ਕਿੰਨਾ ਕੁ ਸਮਾਂ ਨਾਲ ਰਹੇ ਤੁਸੀਂ ਸ਼ੰਭੂ ਮੋਰਚੇ ਦਾ? ਆਪਾਂ ਉੱਥੇ ਜਿਹੜਾ 1.5 ਮਹੀਨਾ ਸੀਗਾ ਉਹ ਤੇ ਨਾਲ ਸੀਗਾ, ਬਾਕੀ ਦਿੱਲੀ ਵੀ ਨਾਲ ਸੀਗੇ ਕਿਉਂਕਿ ਸ਼ਾਮ ਨੂੰ ਆਉਂਦਾ ਉਹਨਾਂ ਨੇ ਤੇ ਰਾਤ ਨੂੰ ਚੱਲ ਜਾਣਾ। ਆਹ ਟਾਈਮ ਹੁੰਦਾ ਸੀ ਜਦੋਂ ਉੱਥੋਂ ਦਿੱਲੀੋਂ ਵਾਪਸ ਆ ਗਏ, ਜਦੋਂ ਉਦੋਂ ਕੇਸ ਉਹਨਾਂ ਦਾ ਖਤਮ ਹੋਇਆ, ਜਦੋਂ ਮੈਂ ਆਪਣੀ ਜੇਲੋਂ ਆਏ ਆ ਤੇ ਪੰਜਾਬ 'ਚ ਆਏ ਜਦੋਂ, ਤੇ ਉਸ ਤੋਂ ਬਾਅਦ ਚੋਂ ਇੱਕ ਮੇਰੇ ਕੋਲ ਆਪਣਾ ਸਾਧਨ ਨਹੀਂ ਸੀ ਹੁੰਦਾ, ਤੇ ਬਾਕੀ ਸੱਜਣ ਉਹ ਇੱਥੋਂ ਦੂਰ ਦੇ ਨੇ, ਜਿੱਦਾਂ ਬਲਾਚੌਰ ਦੇ ਹੋ ਗਏ ਫੌਜੀ ਭਾਜੀ, ਬਲਾਚੌਰ ਦੇ ਹੋ ਗਏ ਦੂਜੇ, ਤੇ ਮੇਰੇ ਕੋਲ ਸਾਧਨ ਨਾ ਹੋਣ ਕਰਕੇ ਮੈਂ ਜ਼ਿਆਦਾ ਕਿਤੇ ਜਾ ਨਹੀਂ ਸਕਿਆ। ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੇ, ਜਦੋਂ ਦੀਪ ਇਸ ਦੁਨੀਆ ਤੋਂ ਜਾਂਦੇ ਆ, ਤੇ ਉਸ ਵਕਤ ਕੋਈ ਹੋਰ ਵੀ ਤੁਹਾਨੂੰ ਸਿੰਘ ਮਿਲਿਆ, ਦੀਪ ਦਾ ਹਮਦਰਦੀ ਮਿਲਿਆ, ਜਾਂ ਉੱਥੇ ਵੀ ਕਿਹਾ ਜਾਂਦਾ ਕਿ ਕੁਝ ਬੰਦੀ ਸਿੰਘ ਵੀ ਸੀ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ, ਕਿਸੇ ਨੇ ਦੀਪ ਪ੍ਰਤੀ ਕੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੋਵੇ? ਨਹੀਂ, ਜਿਹਨੇ ਤੁਸੀਂ ਗੱਲ ਕੀਤੀ ਲੰਬੇ ਸਮੇਂ ਤੋਂ ਪਟਿਆਲੇ ਜੇਲ੍ਹ 'ਚ ਜਿਹੜੇ ਹੈਗੇ ਨੇ ਸਿੰਘ, ਉਹਨਾਂ ਨੂੰ ਪਹਿਲਾਂ ਨਹੀਂ ਸੀ, ਉਦੋਂ ਨਹੀਂ ਸੀ ਮਿਲ ਸਕਿਆ ਮੈਂ, ਕਿਉਂਕਿ ਉਹਨਾਂ ਦੀ ਇਹ ਹੁੰਦੀ ਸੀਗੀ ਉਹ ਸਿਰਫ ਗੁਰਦੁਆਰਾ ਸਾਹਿਬ ਉਹਦੇ ਸੰਗਰਾਂਦ ਵਾਲੇ ਦਿਨ, ਤੇ ਉਹ ਦਿਨ ਮੈਂ ਨਹੀਂ ਉਹਨਾਂ ਨੂੰ ਮਿਲ ਸਕਿਆ, ਪਰ ਜਿਹੜਾ ਮੇਰੇ ਨਾਲ ਦਾ ਸਿੰਘ ਸੀਗਾ ਉਹ ਮਿਲਿਆ ਸੀ ਉਹਨਾਂ ਨੂੰ। ਤੇ ਬਾਕੀ ਉਹਨਾਂ ਦਾ ਮਤਲਬ ਮੇਰੀ ਉਸ ਟਾਈਮ ਗੱਲ ਨਹੀਂ ਹੋ ਸਕੀ ਕੋਈ,
ਤੇ ਉਹਨਾਂ ਦਾ ਕੋਈ ਵਿਚਾਰ ਵਟਾਂਦਰਾ ਉਦੋਂ ਨਹੀਂ ਹੋ ਸਕਿਆ ਕੋਈ। ਦੀਪ ਦੇ ਪੱਖੀ ਹੋਰ ਨਹੀਂ ਬੰਦਾ ਮਿਲਿਆ ਕੋਈ ਕਦੇ? ਬੰਦੇ ਹੋਰ ਹੈਗੇ ਸੀਗੇ, ਮਤਲਬ ਜਿੱਦਾਂ ਉਹ ਹਾਂ ਮੈਂ ਇੱਕ ਗੱਲ ਕਹਿ ਸਕਦਾ ਕਿ ਜਿਹੜੀ ਅਸੀਂ ਕਹਿੰਦੇ ਆ ਨਾ ਕਿ ਜੇਲ੍ਹ 'ਚ ਬੈਠਿਆਂ ਨੂੰ ਕੁਝ ਪਤਾ ਨਹੀਂ ਲੱਗਦਾ, ਉਹਦੇ ਇੰਨੇ ਸਾਲ ਤੋਂ ਜੇਲ੍ਹ 'ਚ ਬੈਠੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਹਨਾ ਬਾਹਰ ਦਾ। ਮੈਂ ਆਹ ਗੱਲ ਕਹਿਣਾ ਦੱਸੂਗਾ ਵੀ ਜੇਲ੍ਹ 'ਚ ਬਾਹਰ ਨਾਲੋਂ ਪਹਿਲਾਂ ਗੱਲ ਫੈਲਦੀ ਆ, ਜਲਦੀ ਗੱਲ ਫੈਲਦੀ ਆ, ਅੰਦਰ ਛੇਤੀ ਜਾਣਕਾਰੀ ਅੰਦਰ ਜਾਣਕਾਰੀ ਛੇਤੀ ਪਹੁੰਚਦੀ ਆ ਬਾਹਰ ਨਾਲੋਂ। ਤੁਹਾਡੇ ਤੇ ਯੂਆਪਾ ਦਾ ਕੇਸ ਪਿਆ ਤੇ ਇਹ ਵੀ ਕਿਹਾ ਜਾਂਦਾ ਕਿ ਜਿਹਦੇ ਉੱਪਰ UAPA ਲੱਗਦਾ ਹੈ ਤਾਂ ਉਹਦੇ ਉੱਪਰ ਬਹੁਤ ਸਾਰਾ ਤਸ਼ੱਦਦ ਕੀਤਾ ਜਾਂਦਾ ਪੁਲਿਸ ਦੇ ਵੱਲੋਂ। ਤੁਹਾਡੇ ਉੱਪਰ ਕਿੰਨਾ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ? ਪਹਿਲਾਂ ਜਿਹੜਾ ਸਾਡਾ 7 ਦਿਨ ਦਾ ਰਿਮਾਂਡ ਸੀਗਾ ਤੇ ਤਸ਼ੱਦਦ ਮੇਰੇ ਸਿਰਫ ਪਹਿਲੇ ਦਿਨ ਹੀ ਕੀਤਾ ਗਿਆ। ਤੇ ਇੱਥੇ ਇੱਕ ਹੋਰ ਗੱਲ ਆ, ਪੁਲਿਸ ਕੁੱਟਦੀ ਸਿਰਫ 2 ਬੰਦਿਆਂ ਨੂੰ ਆ। ਇੱਕ ਜਿਹੜਾ ਮਾੜਾ ਹੋਵੇ ਉਹਨੂੰ ਤਾਂ ਕੁੱਟਦੀ ਆ ਵੀ ਉਹ ਹਰੇਕ ਗੱਲ ਉਹਦੇ ਮੂੰਹ ਕਢਾ ਲਈ ਜਾਵੇ, ਜਾਂ ਕਿ ਤਗੜੇ ਨੂੰ ਕੁੱਟਦੀ ਆ ਵੀ ਵੇਖਿਆ ਜਾਵੇ ਕਿ ਇਹਦੇ 'ਚ ਸ਼ਮਤਾ ਹੈ ਕਿੰਨੀ ਕਾ। ਠੀਕ ਹੈ ਜੀ। ਦੂਜੀ ਗੱਲ, ਜਿਹੜੇ ਬੰਦੇ ਦੇ ਲਿੰਕ ਹੁੰਦੇ ਆ ਨਾ, ਲਿੰਕ ਹੁੰਦੇ ਆ, ਉਹਨਾਂ ਤੋਂ ਪੁਲਿਸ ਆਪ ਡਰਦੀ ਆ, ਉਹਨਾਂ ਨੂੰ ਜ਼ਿਆਦਾ ਕੁਝ ਕਹਿੰਦੀ ਨਹੀਂ। ਜੇ ਕਿਸੇ ਦੇ ਸਾਹਮਣੇ ਕੁਝ ਕਹਿ ਵੀ ਦਵੇ ਨਾ, ਕਿਸੇ ਦੇ ਸਾਹਮਣੇ ਉਹਨੂੰ ਕੁਝ ਕਹਿ ਵੀ ਦਵੇ, ਬਾਅਦ ਚੋਂ ਮਾਫੀਆ ਮੰਗਦੀ ਆ। ਆਹ ਗੱਲ ਮੇਰੇ ਨਾਲ ਨਹੀਂ ਹੋਈ, ਪਰ ਮੈਂ ਉਦਾਂ ਗੱਲ ਦੱਸਦਾ ਵੀ ਠੀਕ ਹੈ ਜੀ। ਤੇ ਜਿੱਦਾਂ ਮੇਰਾ ਸੀਗਾ ਕਿ ਆਪਣਾ ਤੇ ਇੱਕ ਜਿੱਦਾਂ ਮੈਨੂੰ ਲੈ ਗਏ ਨਾ ਉੱਥੇ CIA ਪਟਿਆਲੇ, ਉਹ ਮੇਰਾ ਫੋਨ ਸੀਗਾ ਤੇ ਫੋਨ ਦੇ ਉੱਤੇ ਮੇਰੇ ਤਾਇਆ ਜੀ ਦੀ ਫੋਟੋ ਲੱਗੀ ਸੀ, ਸ਼ਹੀਦ ਭਾਈ ਮਨਜੀਤ ਸਿੰਘ ਮੁੱਤਰ ਦੀ। ਤੇ ਪੁਲਿਸ ਨੇ ਮੈਨੂੰ ਅੰਦਰ ਬੁਲਾਇਆ, ਉਦੋਂ ਸੀਗਾ ਸ਼ਮਿੰਦਰ ਸਿੰਘ SHO। ਉਹਨੇ ਬੁਲਾਇਆ ਅੰਦਰ ਤੇ ਕਹਿੰਦੇ ਕੌਣ ਆ ਇਹ? ਪਹਿਲਾਂ ਤਾਂ ਮੈਂ ਉਦਾਂ ਹੀ ਹੱਸ ਪਿਆ ਹਨਾ, ਵੇਖੀ ਗਿਆ ਉਹਦੇ ਵੱਲ। ਕਹਿੰਦਾ ਦੱਸ ਕੌਣ ਆ? ਮੈਂ ਕਿਹਾ ਤਾਇਆ ਜੀ ਸ਼ਹੀਦ ਭਾਈ ਮਨਜੀਤ ਸਿੰਘ ਬੱਬਰ। ਉਹਨੇ ਮੇਰੇ ਵੱਲ ਵੇਖਿਆ ਤੇ ਸੱਚੀ ਕਿ ਐਵੇਂ ਛੱਡੀ ਜਾਂਦਾ? ਕਹਿੰਦਾ ਜਾ ਬਾਹਰ। ਉਹਨੇ ਕਹਿਣਾ ਸੱਚੀ ਕਿ ਐਵੇਂ ਛੱਡੀ ਜਾਂਦਾ, ਬਾਹਰ ਜਾ। ਉਸ ਤੋਂ ਬਾਅਦ ਫੋਨ ਕੀਤੇ ਉਹਨੇ ਪਤਾ ਕਰਨ ਵਾਸਤੇ ਵੀ ਕੌਣ ਆ, ਤੇ ਫੋਨ ਤੇ ਚੈੱਕ ਕਰੀ, ਨੈਟ ਚਲਾਇਆ ਹੋਣਾ ਉਹਨੇ। ਮੈਂ ਤਾਂ ਉਹਨੇ ਚੈੱਕ ਕੀਤਾ ਵੀ ਕੌਣ ਆ। ਉਸ ਤੋਂ ਬਾਅਦ ਬੱਬਰ ਖਾਲਸਾ ਸੀ ਨਾ, ਬੱਬਰ ਖਾਲਸਾ ਸੀ, ਮਤਲਬ ਉਹਨਾਂ ਨੂੰ ਡਰ ਹੈਗਾ ਵੀ ਜੇ ਇਹਨੂੰ ਕੁਝ ਕਰਤਾ ਤੇ ਕੀ ਪਤਾ ਸਾਡੇ ਕੀ ਕਰ ਦੇਣਾ ਬਾਅਦ ਚ। ਅੱਜ ਕਿੰਨਾ ਕੁ ਸਮਾਂ ਫਿਰ ਤੁਹਾਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ? ਮੇਰੇ 8 ਮਹੀਨੇ ਜੀ। 8 ਮਹੀਨੇ ਜੇਲ੍ਹ ਚ ਰਹੇ ਹੋ ਲਗਾਤਾਰ? ਹਾਂਜੀ। ਤੇ ਉਸ ਤੋਂ ਬਾਅਦ ਵੀ ਪੁਲਿਸ ਕੋਈ ਪੁੱਛ ਪੜਤਾਲ ਕਰਦੀ ਹੈ, ਜਾਂ ਕੋਈ CID ਵਾਲਾ ਮਹਿਕਮਾ ਕੋਈ ਆਉਂਦਾ ਕਿਸੇ ਨਜ਼ਰ ਨਾਲ, ਕੋਈ ਪੁੱਛ ਪੜਤਾਲ ਹੁੰਦੀ ਅੱਜ ਵੀ ਤੁਹਾਡੀ? ਹਾਂਜੀ ਹੁੰਦੀ ਹੈ ਜੀ। ਆਪਣੀ 26 ਜਨਵਰੀ ਜਾਂ ਅਗਸਤ 15 ਅਗਸਤ ਦੇ ਦਿਨ ਆ ਜਾਂਦੇ ਆ ਪਤਾ ਕਰਨ ਵਾਸਤੇ, ਵੀ ਜਾਣਕਾਰੀ ਲੈਣ ਵਾਸਤੇ। ਜਾਣਕਾਰੀ ਚਾਹੀਦੀ ਉਹਨਾਂ ਨੂੰ ਕੀ ਆ ਵੀ ਤੁਹਾਡੇ ਕੋਲ ਇਸ ਟਾਈਮ ਫੋਨ ਨੰਬਰ ਕੀ ਆ, ਫੋਨ ਕੰਮ ਕੀ ਕਰਦੇ ਹੋ, ਤੁਹਾਡੇ ਸਾਧਨ ਕਿਹੜੇ ਕਿਹੜੇ ਨੇ। ਉਹਨਾਂ ਨੂੰ ਕਹਿ ਦਿੰਦਾ ਵੀ ਇੱਕ ਉਹੀ ਚੀਜ਼ ਆ ਸਾਡੇ ਕੋਲ ਜਿਹੜੀ ਪਹਿਲਾਂ ਸੀਗੀ, ਜੇ ਪਿਛਲੀ ਵਾਰ ਲਿਖਾਈ ਸੀ ਉਹੀ ਆ ਸਾਡੇ ਕੋਲ। ਕਿ ਨਹੀਂ ਫਿਰ ਵੀ ਸਾਨੂੰ ਆਰਡਰ ਹੋ ਜਾਂਦੇ ਆ, ਤੁਹਾਨੂੰ ਆਉਣਾ ਪੈਂਦਾ ਆ ਵਾਰ-ਵਾਰ ਸੇਮ ਚੀਜ਼ਾਂ, ਵਾਰ-ਵਾਰ ਸੇਮ ਚੀਜ਼ਾਂ। ਬਸ ਆਹੀ ਹੈ। ਤੇ ਹੋਰ ਤਾਂ ਕੀ ਆ ਜੀ, ਆਪਣਾ ਕੇਸ ਆ, 11 ਗਵਾਹ ਨੇ, ਸਾਰੇ ਪੁਲਿਸ ਵਾਲੇ ਨੇ, ਗਵਾਹੀ ਦੇਣ ਕੋਈ ਨਹੀਂ ਹੁੰਦਾ। ਜਦੋਂ UAPA ਕੇਸ ਤੁਹਾਡੇ ਤੇ ਪਿਆ ਤੇ ਪਰਿਵਾਰ ਨੇ ਜਿਹੜਾ ਕਾਨੂੰਨੀ ਚਾਰਾਜੋਈ ਵਾਸਤੇ ਪਹੁੰਚ ਕੀਤੀ ਵਕੀਲਾਂ ਤੱਕ, ਤੇ ਕਈ ਵਾਰੀ ਪਰਿਵਾਰ ਦੇ ਵੱਲੋਂ ਜਾਂ ਤੁਹਾਡੇ ਜੇਲ੍ਹ ਚੋਂ ਬਾਹਰ ਆਉਣ ਤੇ ਕਈ ਵਾਰੀ ਬਹੁਤ ਸਾਰੇ ਕੁਝ ਲੋਕਾਂ ਦੇ ਵੱਲੋਂ ਸ਼ਿਕਵੇ ਕਰ ਦਿੱਤੇ ਜਾਂਦੇ ਆ ਕਿ ਸਾਡੀ ਕੌਮ ਨੇ ਸਾਰ ਨਹੀਂ ਲਈ, ਸਾਡੀ ਸਿੱਖ ਜਥੇਬੰਦੀਆਂ ਨੇ ਕੋਈ ਸਾਰ ਨਹੀਂ ਲਈ। ਇਸ ਤਰ੍ਹਾਂ ਦਾ ਕੋਈ ਸ਼ਿਕਵਾ ਤਾਂ ਨਹੀਂ ਹੈ ਮਨ 'ਚ? ਹੁਣ ਮੈਂ ਗੱਲ ਕਰਦਾ, ਜਿਹੜੇ ਜੇਲ੍ਹ 'ਚ ਅੰਦਰ ਬੈਠੇ ਆ ਨਾ, ਉਹ ਵੀ ਆ ਸ਼ਿਕਵਾ ਨਹੀਂ ਕਰਦੇ। ਉਹ ਪਰਿਵਾਰ ਬਾਹਰ ਵਾਲੇ ਦੇ ਛੱਡੋ, ਤੁਸੀਂ ਜਿਹੜੇ ਜੇਲ੍ਹ 'ਚ ਅੰਦਰ ਬੈਠੇ ਆ ਨਾ, ਜਿਨ੍ਹਾਂ ਨੇ ਕੁਝ ਕਰਕੇ ਗਏ ਆ, ਜਿਹੜੇ ਮਾਣ ਮਹਿਸੂਸ ਕਰਦੇ ਆ ਆਹ ਕਰਕੇ, ਉਹ ਸ਼ਿਕਵਾ ਨਹੀਂ ਕਰਦੇ। ਉਹਨਾਂ ਨੂੰ ਪਤਾ ਮੈਂ ਕੌਮ ਵਾਸਤੇ ਕੀਤਾ, ਕਿਸੇ ਬੰਦੇ ਵਾਸਤੇ ਨਹੀਂ ਕੀਤਾ। ਤੇ ਕੌਮ ਇਕੱਲੀ ਆਹ ਨਹੀਂ ਹੈਗੀ ਕਿ ਆ ਜਿਹੜੀ ਸਾਡੀ ਸਾਰ ਲੈਣ, ਬਸ ਆਹ ਕੌਮ ਆ। ਕੌਮ ਗੁਰੂ ਦੇ ਪਿਆਰ ਲਈ ਕੀਤਾ, ਤੇ ਉਹ ਸ਼ਿਕਵਾ ਨਹੀਂ ਕਰਦੇ। ਜਿਹੜੇ ਆਹ ਏਦਾਂ ਰੌਲਾ ਪਾਉਂਦੇ ਆ ਨਾ, ਕਈ ਤੇ ਆਪਣੇ ਪੱਤਰਕਾਰ ਹੈਗੇ ਨੇ ਜਿਨ੍ਹਾਂ ਉਹ ਪਰਿਵਾਰਾਂ ਨੂੰ ਮਿਲਦੇ ਆ ਜਾ ਕੇ, ਤੇ ਉਹ ਗੱਲਬਾਤ ਕਰਦੇ ਆ। ਉਹ ਤਾਂ ਚਲੋ ਮੰਨ ਗਏ ਵੀ ਕਹਿੰਦੇ ਵੀ ਇਹਨਾਂ ਨੇ ਕਿਸੇ ਨੇ ਸਾਰ ਨਹੀਂ ਲਈ,
ਕਿ ਪਰਿਵਾਰ ਨੂੰ ਮਿਲੇ ਜਾ ਕੇ। ਠੀਕ ਹੈ ਜੀ। ਪਰ ਜਿਹੜੇ ਬੰਦੇ ਐਵੇਂ ਬਸ ਸੋਸ਼ਲ ਮੀਡੀਆ ਤੇ ਉਹ ਅੰਦਰ ਚਲ ਗਿਆ, ਕਿਸੇ ਨੇ ਸਾਰ ਨਹੀਂ ਲਈ। ਠੀਕ ਹੈ ਜੀ। ਉਹ ਸਿਰਫ ਆਪਣਾ ਚਮਕਾਉਣ ਵਾਸਤੇ ਕਰਦੇ ਆ ਵੀ ਸਾਡੇ ਥਰੂ ਪੈਸੇ ਜਾਣਗੇ, ਅਸੀਂ ਪੈਸੇ ਖਾਵਾਂਗੇ। ਠੀਕ ਹੈ। ਪਟਿਆਲੇ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮਿਲਾਪ ਹੋਇਆ ਤੁਹਾਡਾ, ਉਹਨਾਂ ਦੇ ਨਾਲ ਕੀ ਗੱਲਬਾਤ ਹੋਈ? ਉਹਨਾਂ ਨੇ ਕੋਈ ਦੱਸਿਆ, ਆਪਣੇ ਬਾਰੇ ਦੱਸਿਆ ਤੁਹਾਡੇ ਨਾਲ? ਕਿੰਨਾ ਚਿਰ ਗੱਲਬਾਤ ਹੋਈ? ਪੂਰੀ ਕੀ ਪ੍ਰਕਿਰਿਆ ਰਹੀ? ਉਹੀ ਨਾ ਪਹਿਲੀ ਵਾਰ ਗਿਆ ਸੀ ਜਦੋਂ ਮੈਂ, ਤੇ ਉਦੋਂ ਤੇ ਮੇਰਾ ਉਹਨਾਂ ਨਾਲ ਮਿਲਾਪ ਹੋ ਨਹੀਂ ਸਕਿਆ। ਪਰ ਜਦੋਂ ਹੁਣ ਦੂਜਾ ਕੇਸ ਪਿਆ ਵਾ ਜਿਹੜਾ ਅੰਮ੍ਰਿਤਪਾਲ ਦੇ ਕੇਸ ਤੇ ਜਿਹੜਾ, ਤੇ ਉੱਥੇ ਗਏ ਜੇਲ੍ਹ 'ਚ, ਤੇ ਇਸ ਵਾਰ ਮਿਲੇ ਸਕਿਆ ਉਹਨਾਂ ਨੂੰ ਮੈਂ। ਤੇ ਮਿਲਿਆ ਬਸ ਇੰਨਾ ਹੀ ਆ ਕਿ ਉਹ ਆਪਣੇ ਜਦੋਂ ਕਿ ਤੁਹਾਨੂੰ ਦੱਸਿਆ ਸੰਗਰਾਂਦ ਦੇ ਟਾਈਮ, ਜਦੋਂ ਸੰਗਰਾਂਦ ਹੁੰਦੀ ਸੀ ਉਦਣ ਆਉਂਦੇ ਸੀ ਗੁਰਦੁਆਰਾ ਸਾਹਿਬ, ਤੇ ਉਦਣ ਮਿਲੇ ਸੀ। ਉਦਣ ਸਾਰੇ ਜਿਹੜੇ ਮੇਰੇ ਨਾਲ ਦੇ ਹੋਰ ਸਿੰਘ ਗਏ ਸੀਗੇ, ਆਪਣੇ 32 ਜਾਣੇ ਸੀਗੇ ਅਸੀਂ ਉੱਥੇ ਗੁਰਦੁਆਰਾ ਸਾਹਿਬ ਬੈਠੇ, ਉਹਨਾਂ ਨੂੰ ਲੈ ਕੇ ਸਾਈਡ ਤੇ ਬਹਿ ਕੇ ਗੱਲਬਾਤ ਕੀਤੀ, ਤੇ ਉਹਨਾਂ ਨੇ ਆਪਣੇ ਬਾਰੇ ਗੱਲ ਕੀਤੀ ਕਿ ਹਾਂ ਕਿ ਜਿੱਦਾਂ ਕਹਿੰਦੇ ਨਾ ਕਿ ਮੈਂ ਅਕਾਲੀ ਆ। ਉਹ ਹੈਗੇ ਨੇ ਅਕਾਲੀ। ਅਕਾਲੀ ਕਿਹੜੇ? ਬਾਦਲਾਂ ਵਾਲੇ ਜਾਂ ਦੂਜੇ ਅਕਾਲੀ? ਅਕਾਲੀ ਜਿਹੜੇ ਸੱਚੇ ਅਸਲੀ ਅਕਾਲੀ, ਜਿਹੜੇ ਅਕਾਲ ਨੂੰ ਮੰਨਣ ਵਾਲੇ, ਅਕਾਲ ਨੂੰ ਮੰਨਣ ਵਾਲੇ। ਉਹ ਆਪਣੇ ਆਪ ਨੂੰ ਅਕਾਲ ਨੂੰ ਮੰਨਣ ਵਾਲੇ ਅਕਾਲੀ ਕਹਿੰਦੇ ਆ। ਅੱਛਾ। ਪਰ ਇਹ ਲੋਕੀ ਜਿਹੜੇ ਸਿਰਫ ਕੰਨਾਂ ਦੇ ਕੱਚੇ ਆ ਨਾ, ਉਹ ਅਕਾਲੀ ਦਲ ਬਾਦਲ ਸਮਝਦੇ ਆ। ਉਹਨਾਂ ਦੇ ਨਾਲ ਜੋੜ ਦਿੱਤਾ ਜਾਂਦਾ, ਉਹਨਾਂ ਨਾਲ ਜੋੜ ਦਿੱਤਾ ਜਾਂਦਾ। ਆਹ ਗੱਲ ਕੀ ਆ, ਉੱਥੇ ਗੱਲਬਾਤ ਚੱਲੀ ਜਾਈ ਤੇ ਮੈਂ ਵੀ ਸੁਣਦਾ ਪਿਆ ਸੀਗਾ। ਤੇ ਜਦੋਂ ਗੱਲਬਾਤ ਖਤਮ ਹੋਈ ਤੇ ਮੈਂ ਨਾਲ ਦਿਆਂ ਨੂੰ ਪੁੱਛਿਆ, ਮੈਂ ਕੀ ਸਮਝਿਆ ਜੇ? ਮੈਂ ਕੀ ਸਮਝਿਆ ਇਹਦੇ ਵਿੱਚੋਂ? ਕਿ ਨਹੀਂ ਆ ਤਾਂ ਅਕਾਲੀ ਦਲ ਬਾਦਲ ਦੀ ਗੱਲ ਕਰੀ ਜਾਂਦੇ। ਮਤਲਬ ਜਿਹੜੇ ਨਾਲ ਗਏ ਸੀ ਉਹਨਾਂ ਦੀ ਆਹ ਸੀਗੀ। ਤੇ ਮੈਨੂੰ ਹੋਰ ਬਾਕੀ ਦੀ ਮੈਂ ਗੱਲ ਹੀ ਕਵਾਂ, ਤੇ ਜਿਹੜੇ ਮਤਲਬ ਨਾਲ ਗਏ ਸੀ ਉਹਨਾਂ ਚੋਂ 3-4 ਬਜ਼ੁਰਗ ਵੀ ਸੀਗੇ, ਉਹਨਾਂ ਦੀ ਵੀ ਵਰਡਿੰਗ ਇਹੋ ਸੀ, ਨਹੀਂ ਉਹ ਤਾਂ ਬਾਦਲ ਦੀ ਗੱਲ ਕਰੀਏ। ਮੈਂ ਫਿਰ ਤੁਹਾਡਾ ਬਸ ਹੋ ਗਿਆ ਕੰਮ। ਤੇ ਉਸ ਤੋਂ ਬਾਅਦ ਉਹਨਾਂ ਨੂੰ ਮਿਲਿਆ ਮੈਂ, ਤੇ ਮੈਂ ਕਿਹਾ ਕਿ ਮੈਂ ਜਗਮੀਤ ਸਿੰਘ ਜੀ, ਤੁਸੀਂ ਤੇ ਹੋ ਗਏ ਸੀ, ਫਿਰ ਕੀ ਕਿਵੇਂ ਆਏ? ਮੈਂ ਅੰਮ੍ਰਿਤਪਾਲ ਦੇ ਕੇਸ 'ਚ। ਤੇ ਬਸ ਸਾਰੀ ਗੱਲ ਹੋਈ ਆ। ਤੇ ਪਰ ਜ਼ਿਆਦਾ ਉਸ ਤੋਂ ਬਾਅਦ ਜ਼ਿਆਦਾ ਗੱਲ ਕਰ ਨਹੀਂ ਸਕੇ, ਕਿਉਂਕਿ ਉਹਦੇ ਨਾਲ ਉਹਨਾਂ ਦੀ ਸਿਕਿਉਰਿਟੀ ਵੀ ਹੁੰਦੀ ਹੈ ਨਾ ਪੁਲਿਸ ਦੀ। ਪਛਾਣ ਲਿਆ ਤੁਹਾਨੂੰ ਉਦਾਂ ਭਾਈ ਰਾਜੋਆਣਾ ਸਾਹਿਬ ਨੇ ਕਿ ਜਗਮੀਤ ਉਹੀ ਹੈ ਜਿਹੜਾ ਪਹਿਲੇ ਕੇਸਾਂ 'ਚ ਆਇਆ? ਹਾਂਜੀ ਹਾਂਜੀ, ਜਦੋਂ ਦੱਸਿਆ ਸੀ ਉਦੋਂ ਹੀ ਉਦੋਂ ਪਛਾਣ ਲਿਆ ਸੀ ਉਹਨਾਂ ਨੇ। ਤੇ ਕਹਿੰਦੇ ਤੁਸੀਂ ਚਲੇ ਗਏ ਸੀ, ਦਰਦ ਹੋ ਗਈ, ਤੇ ਹੁਣ ਕਿਹੜੇ ਕੇਸ 'ਚ? ਮੈਂ ਕਿਹਾ ਆਹ ਕੇਸ 'ਚ। ਭਾਈ ਰਾਜੋਆਣਾ ਸਾਹਿਬ ਵੈਸੇ ਆਪਣੇ ਆਪ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ? ਇਹ ਤਾਂ ਨਹੀਂ ਮਹਿਸੂਸ ਕਰਦੇ ਕਿ ਮੈਨੂੰ 28-30 ਸਾਲ ਹੋ ਗਏ ਚੱਕੀਆਂ 'ਚ, ਜੇਲ੍ਹਾਂ 'ਚ ਬੰਦ ਆ, ਕੋਈ ਆਇਆ ਨਹੀਂ, ਜਾਂ ਇਸ ਤਰ੍ਹਾਂ ਦੀਆਂ ਕੋਈ ਚੀਜ਼ਾਂ ਤਾਂ ਨਹੀਂ ਸੋਚਦੇ ਭਾਈ ਰਾਜੋਆਣਾ ਸਾਹਿਬ? ਭਾਈ ਸਾਹਿਬ ਉਹ ਕਹਿੰਦੇ ਉਹਨਾਂ ਨੇ ਵੀ ਕਹੀ ਸੀ ਨਾ ਕਿ ਮੈਨੂੰ ਫਾਂਸੀ ਚਾਹੀਦੀ ਆ, ਮੇਰੀ ਫਾਂਸੀ ਨਾ ਰੋਕੋ, ਹੈਨਾ। ਉਹਨੇ ਆਹ ਕਿਹਾ ਸੀ ਨਾ, ਮੈਨੂੰ ਮੇਰੀ ਫਾਂਸੀ ਨਾ, ਜਿਹੜੀ ਅਪੀਲ ਨਾ ਪਾਈ ਜਾਵੇ ਫਾਂਸੀ ਰੋਕਣ ਦੀ, ਹੈਨਾ। ਤੇ ਉਹ ਫਿਰ ਕਿਵੇਂ ਡੋਲ ਸਕਦੇ? ਚੜ੍ਹਦੀ ਕਲਾ 'ਚ ਨਹੀਂ, ਚੜ੍ਹਦੀ ਕਲਾ 'ਚ ਨਹੀਂ। ਬਿਲਕੁਲ। ਬਹੁਤ ਉਹਨਾਂ ਦੀ ਇੱਦਾਂ ਕਹਿ ਸਕਦੇ ਆ ਕਿ ਇੱਦਾਂ ਉਹਨਾਂ ਦਾ ਤਸ਼ੱਦਦ ਹੋਇਆ ਵਾ, ਜਿੰਨਾ ਕੁ ਵੀ ਗੱਲ ਸੁਣਨ 'ਚ ਆਈ ਕਿ ਰੀੜ੍ਹ ਦੀ ਹੱਡੀ ਦਾ ਜਿਹੜਾ ਹੈਗਾ ਵਾ, ਹੈਨਾ। ਤੇ ਬਾਕੀ ਸਹੀ ਤਰ੍ਹਾਂ ਚੱਲਦੇ ਫਿਰਦੇ ਨੇ, ਬਿਲਕੁਲ ਸਹੀ, ਸਿਹਤਮੰਦ ਨੇ, ਤਗੜੇ ਨੇ, ਤੇ ਬਹੁਤ ਚੜ੍ਹਦੀ ਕਲਾ 'ਚ ਨੇ। ਬਿਲਕੁਲ। ਹਾਂਜੀ। ਹੋਰ ਮੈਸੇਜ ਕੋਈ ਅੰਤ ਵਿੱਚ? ਅੰਤ ਵਿੱਚ ਮੈਸੇਜ ਬਸ ਆਹੀ ਆ ਕਿ ਸਾਨੂੰ ਪਹਿਲਾਂ ਦੇਖਣਾ ਪੈਣਾ ਵੀ ਸਾਨੂੰ ਇਸ ਟਾਈਮ ਸਮੇਂ ਦੀ ਲੋੜ, ਇਸ ਟਾਈਮ ਸਾਨੂੰ ਕੀ ਚਾਹੀਦਾ। ਜਿੱਦਾਂ ਗੱਲ ਲਾਸਟ ਸਾਡੀ ਲੇਟੈਸਟ ਸਾਡੀ ਜਿਹੜੀ ਗੱਲ ਆ ਉਹ ਹੈਗੀ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਬਿਆਨ ਵੀ ਜੇ ਹਮਲਾ ਹੋ ਗਿਆ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਠੀਕ ਹੈ ਜੀ, ਲੇਟੈਸਟ ਖਾਲਿਸਤਾਨ ਵਰਡ। ਹੁਣ ਜੇ ਅਸੀਂ ਪਿੱਛੇ ਨੂੰ ਜੇ ਅਸੀਂ ਗੱਲ ਕਰਾਂਗੇ ਪੰਜਾਬੀ ਸੂਬਾ, ਕਿਉਂਕਿ ਸਾਰੀ ਗੱਲ ਪੰਜਾਬੀ ਸੂਬੇ ਤੇ ਹੋਈ ਸੀ, ਗੱਲ ਜਿਹੜੀ ਵੀ ਰੌਲਾ ਸ਼ੁਰੂਆਤ ਹੋਈ ਆ ਪੰਜਾਬੀ ਸੂਬੇ ਤੋਂ ਹੋਈ ਆ, ਪਰ ਉਹ ਖਾਲਿਸਤਾਨ ਤੋਂ ਇੱਕ ਸਟੈਪ ਪਿੱਛੇ ਹੋ ਜਾਊਗਾ। ਜੇ ਅਸੀਂ ਪੰਜਾਬ ਦੇ ਹੱਕ ਦੀ ਗੱਲ ਕਰਦੇ ਆ, ਉਹ ਵੀ ਖਾਲਿਸਤਾਨ ਤੋਂ ਇੱਕ ਸਟੈਪ ਪਿੱਛੇ ਹੋ ਜਾਊਗਾ। ਬਿਲਕੁਲ। ਠੀਕ ਹੈ ਜੀ। ਜੇ ਖਾਲਸਾ ਰਾਜ ਦੀ ਗੱਲ ਕਰਦੇ ਆ, ਜੇ ਖਾਲਸਾ ਰਾਜ ਵਰਡ ਦੀ ਗੱਲ ਕਰਦੇ ਆ, ਉਹ ਹੋਣਾ ਤੇ ਹੈਗਾ ਵਾ ਉਹ, ਠੀਕ ਹੈ ਜੀ, ਪਰ ਉਹ ਗੁਰੂ ਸਾਹਿਬ ਦੇ ਵੇਲੇ ਤੱਕ ਦੀ ਗੱਲ ਚੱਲ ਜੂਗੀ, ਮਤਲਬ ਲੇਟੈਸਟ ਗੱਲ ਤੋਂ ਥੋੜੀ ਪਿੱਛੇ ਹੋ ਜਾਊਗਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਗਮੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ, ਤਾਂ ਭਵਿੱਖ ਦੇ ਵਿੱਚ ਵੀ ਸਾਡੀ ਕੋਸ਼ਿਸ਼ ਰਹੇਗੀ
ਕਿ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।